ਹੈਲੋ ਦੋਸਤੋ, ਇੱਕ ਵਾਰ ਫਿਰ ਤੋਂ ਤੁਹਾਡਾ ਸਭ ਦਾ ਸਵਾਗਤ ਹੈ। ਇਸ ਤਰ੍ਹਾਂ ਦੀਆਂ ਦਿਲਚਸਪ ਕਹਾਣੀਆਂ ਵੇਖਣ ਲਈ ਮੇਰੇ ਚੈਨਲ ਨੂੰ ਜਲਦੀ ਨਾਲ ਸਬਸਕ੍ਰਾਈਬ ਕਰ ਲਓ। ਅੱਜ ਮੇਰਾ ਚੌਥਾ ਵਿਆਹ ਸੀ। ਮੈਂ ਚੌਥੀ ਵਾਰ ਲਾੜਾ ਬਣੀ ਖੜਾ ਸੀ, ਪਰ ਅੱਖਾਂ ਵਿੱਚ ਬਹੁਤ ਜ਼ਿਆਦਾ ਡਰ ਸੀ ਕਿਉਂਕਿ ਮੇਰੇ ਨਾਲ ਬਹੁਤ ਬੁਰੇ ਅਨੁਭਵ ਹੋ ਚੁੱਕੇ ਸਨ ਅਤੇ ਮੈਂ ਫਿਰ ਤੋਂ ਦੁਬਾਰਾ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਸੀ। ਪਰ ਮੁਸੀਬਤ ਇਹ ਸੀ ਕਿ ਮੈਂ ਘਰ ਵਿੱਚ ਇਕੱਲਾ ਰਹਿੰਦਾ ਸੀ ਅਤੇ ਮੈਨੂੰ ਕਿਸੇ ਦੇ ਸਾਥ ਦੀ ਜ਼ਰੂਰਤ ਸੀ। ਬਿਮਾਰ ਹੋ ਜਾਂਦਾ ਤਾਂ ਕੋਈ ਪਾਣੀ ਪੁੱਛਣ ਵਾਲਾ ਵੀ ਨਹੀਂ ਹੁੰਦਾ ਸੀ। ਇੰਨਾ ਵੱਡਾ ਘਰ ਸੀ ਕਿ ਹਰ ਕੰਮ ਨੌਕਰਾਂ ਤੋਂ ਨਹੀਂ ਕਰਵਾਇਆ ਜਾ ਸਕਦਾ ਸੀ। ਇਸ ਲਈ ਦੋਸਤਾਂ ਅਤੇ ਰਿਸ਼ਤੇਦਾਰਾਂ ਦੇ ਕਹਿਣ 'ਤੇ ਚੌਥੀ ਵਾਰ ਲਾੜਾ ਬਣ ਕੇ ਖੜਾ ਹੋ ਗਿਆ। ਪਰ ਪਿਛਲੇ 3 ਵਿਆਹ ਕਿਸ ਤਰ੍ਹਾਂ ਨਾਕਾਮ ਹੋਏ, ਉਸ ਗੱਲ ਦਾ ਮੈਨੂੰ ਅੱਜ ਤੱਕ ਪਤਾ ਨਾ ਚੱਲ ਸਕਿਆ। ਮੇਰੀ ਪਤਨੀ ਵਿਆਹ ਦੇ 2 ਦਿਨ ਬਾਅਦ ਹੀ ਮੈਨੂੰ ਛੱਡ ਕੇ ਚਲੀ ਗਈ। ਮੇਰੀ ਪਤਨੀ ਰਾਤ ਨੂੰ ਚੀਕਾਂ ਮਾਰਦੀ ਹੋਈ ਮੇਰੇ ਕਮਰੇ ਤੋਂ ਨਿਕਲ ਜਾਂਦੀ ਤੇ ਸਵੇਰੇ ਆਪਣੇ ਘਰ ਚਲੀ ਜਾਂਦੀ। ਉਸ ਤੋਂ ਬਾਅਦ ਕੋਈ ਵੀ ਵਾਪਸ ਨਹੀਂ ਆਈ। ਵਾਪਸ ਆਇਆ ਤਾਂ ਤਲਾਕਨਾਮਾ ਤੇ ਇਹ ਬੇਨਤੀ ਕਿ ਤਲਾਕ ਦੇ ਕੇ ਗੱਲ ਖਤਮ ਕਰਵਾ ਦਿੱਤੀ ਜਾਵੇ। ਮੇਰੀ ਜ਼ਿੰਦਗੀ ਵਿੱਚ ਕੀ ਹੋ ਰਿਹਾ ਸੀ? ਜੇਕਰ ਇਸ ਵਾਰ ਵੀ ਮੇਰੇ ਨਾਲ ਅਜਿਹਾ ਹੀ ਹੋਣ ਵਾਲਾ ਸੀ ਤਾਂ ਮੈਂ ਸਿਰਫ 3 ਦਿਨ ਦਾ ਲਾੜਾ ਸੀ। 25 ਸਾਲ ਦੀ ਉਮਰ ਵਿੱਚ ਵੀ ਚੌਥਾ ਵਿਆਹ ਕਰ ਰਿਹਾ ਸੀ। ਜ਼ਿੰਦਗੀ ਕਿਸ ਪਾਸੇ ਜਾ ਰਹੀ ਸੀ, ਕੁਝ ਸਮਝ ਨਹੀਂ ਆ ਰਿਹਾ ਸੀ। ਚੌਥੀ ਪਤਨੀ ਵੀ ਬਹੁਤ ਜ਼ਿਆਦਾ ਪਿਆਰੀ ਤੇ ਸਮਝਦਾਰ ਸੀ। ਪੜ੍ਹੀ ਲਿਖੀ ਸੀ। ਮੈਂ ਸੋਚਿਆ ਕਿ ਪੜ੍ਹੀ ਲਿਖੀ ਕੁੜੀਆਂ ਤਾਂ ਵੈਸੇ ਤਾਂ ਬਹੁਤ ਤੇਜ਼ ਹੁੰਦੀਆਂ ਨੇ, ਪਰ ਉਹਨਾਂ ਕੋਲ ਹਰ ਸਵਾਲ ਦਾ ਜਵਾਬ ਹੁੰਦਾ। ਪਤਾ ਨਹੀਂ ਉਹ ਮੇਰੇ ਨਾਲ ਕੀ ਕਰੇਗੀ, ਜਾਂ ਪਤਾ ਨਹੀਂ ਮੈਂ ਉਸ ਨਾਲ ਕੀ ਕਰਾਂਗਾ ਕਿ ਉਹ ਮੈਨੂੰ ਛੱਡ ਕੇ ਭੱਜ ਜਾਵੇਗੀ, ਜਾਂ ਸਮਝਦਾਰੀ ਨਾਲ ਮੇਰਾ ਸਾਥ ਨਿਭਾਏਗੀ। ਡਾਕਟਰ ਕੋਲ ਵੀ ਗਿਆ ਸੀ। ਡਾਕਟਰ ਨੇ ਕਿਹਾ ਕਿ ਸਭ ਕੁਝ ਠੀਕ ਹੈ, ਤੁਹਾਡੇ ਨਾਲ ਕੋਈ ਮਸਲਾ ਨਹੀਂ ਹੈ। ਫਿਰ ਮੇਰੀ ਪਤਨੀ ਮੇਰੇ ਕੋਲ 2 ਦਿਨ ਤੋਂ ਜ਼ਿਆਦਾ ਕਿਉਂ ਨਹੀਂ ਰਹਿੰਦੀ? ਇਹ ਸਭ ਸੋਚਦੇ ਸੋਚਦੇ ਮੈਂ ਆਪਣੀ ਨਵੀਂ ਵਿਆਹੀ ਦੁਲਹਨ ਦੇ ਕਮਰੇ ਵਿੱਚ ਚਲਾ ਗਿਆ। ਪਰ ਜਦ ਘੰਡ ਚੁੱਕਿਆ ਤਾਂ ਉਸ ਦਾ ਚਿਹਰਾ ਦੇਖ ਕੇ ਮੇਰੇ ਹੋਸ਼ ਉੱਡ ਗਏ। ਉਸ ਦੀਆਂ ਅੱਖਾਂ ਵਿੱਚ ਹੰਝੂ ਸਨ। ਉਹ ਮੈਨੂੰ ਬਹੁਤ ਪਰੇਸ਼ਾਨ ਲੱਗ ਰਹੀ ਸੀ। ਮੈਂ ਕਿਹਾ, ਕੀ ਗੱਲ ਹੈ? ਪਰੇਸ਼ਾਨ ਤਾਂ ਮੈਨੂੰ ਹੋਣਾ ਚਾਹੀਦਾ। ਉਸਨੇ ਕਿਹਾ ਕਿ ਤੁਹਾਨੂੰ ਕਿਉਂ ਪਰੇਸ਼ਾਨ ਹੋਣਾ ਚਾਹੀਦਾ? ਤਾਂ ਮੈਂ ਉਸਨੂੰ ਸਾਰੀ ਗੱਲ ਦੱਸ ਦਿੱਤੀ ਕਿ ਅੱਜ ਤੱਕ ਮੈਂ 4 ਵਿਆਹ ਕਰ ਚੁੱਕਿਆ, ਪਰ ਕੋਈ ਵੀ ਪਤਨੀ ਮੇਰੇ ਨਾਲ 2 ਦਿਨ ਤੋਂ ਜ਼ਿਆਦਾ ਨਹੀਂ ਰਹਿੰਦੀ। ਮੈਨੂੰ ਨਹੀਂ ਪਤਾ ਕਿ ਮੇਰੀ ਗਲਤੀ ਕਿੱਥੇ ਹੁੰਦੀ ਹੈ। ਸਹੀ ਤਰੀਕੇ ਨਾਲ ਵਿਆਹ ਹੁੰਦਾ ਹੈ, ਮੈਂ ਉਹਨਾਂ ਨੂੰ ਆਪਣੇ ਘਰ ਲੈ ਕੇ ਆਉਂਦਾ, ਆਮਣੇ ਸਾਹਮਣੇ ਬੈਠ ਕੇ ਗੱਲਾਂ ਕਰਦੇ ਹਾਂ। 2 ਦਿਨ ਚੰਗੇ ਗੁਜ਼ਰ ਜਾਂਦੇ ਨੇ, ਪਰ ਤੀਸਰੇ ਦਿਨ ਉਹ ਭੱਜ ਜਾਂਦੀ ਹੈ। ਪਤਾ ਨਹੀਂ ਇਸ ਵਿੱਚ ਗਲਤੀ ਮੇਰੀ ਹੁੰਦੀ ਹੈ ਜਾਂ ਉਹਨਾਂ ਦੀ। ਜੇਕਰ ਅੱਜ ਵੀ ਇਹੀ ਹੋਣ ਵਾਲਾ ਹੈ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਰਿਹਾ ਕਿ ਮੈਂ ਤੁਹਾਡੀ ਜ਼ਿੰਦਗੀ ਬਰਬਾਦ ਨਹੀਂ ਕਰਨਾ ਚਾਹੁੰਦਾ। ਉਸ ਕੁੜੀ ਦਾ ਨਾਂ ਰਜਨੀ ਸੀ। ਉਸਨੇ ਕਿਹਾ ਕਿ ਮੇਰੇ ਮਾਂ-ਬਾਪ ਇਸ ਦੁਨੀਆ ਵਿੱਚ ਨਹੀਂ ਹਨ। ਮੇਰੇ ਮਾਮਾ ਜੀ ਨੇ ਮੇਰਾ ਵਿਆਹ ਕਰਿਆ ਹੈ। ਉਹਨਾਂ ਨੇ ਮੈਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਉਸ ਮੁੰਡੇ ਦੇ ਪਹਿਲਾਂ 3 ਵਿਆਹ ਹੋ ਚੁੱਕੇ ਹਨ, ਪਰ ਕੋਈ ਵੀ ਪਤਨੀ ਨਾਲ ਨਹੀਂ ਰਹੀ ਅਤੇ ਬੱਚੇ ਵੀ ਨਹੀਂ ਹਨ। ਇਸ ਲਈ ਮੈਂ ਵਿਆਹ ਲਈ ਹਾਂ ਕਰ ਦਿੱਤੀ। ਵੈਸੇ ਵੀ ਮੇਰੇ ਕੋਲ ਹੋਰ ਕੋਈ ਆਪਸ਼ਨ ਨਹੀਂ ਸੀ। ਜੇਕਰ ਤੁਹਾਡੇ ਨਾਲ ਵਿਆਹ ਕਰਕੇ ਇੱਥੇ ਨਾ ਆਉਂਦੀ ਤਾਂ ਮੇਰੇ ਮਾਮਾ ਜੀ ਆਪਣੇ ਦੋਸਤ ਦੇ ਬੁੱਢੇ ਲੜਕੇ ਨਾਲ ਮੇਰਾ ਵਿਆਹ ਕਰਵਾ ਦਿੰਦੇ, ਜੋ 45 ਸਾਲ ਦਾ ਸੀ, ਅਤੇ ਮੈਂ ਉਸ ਨਾਲ ਵਿਆਹ ਕਰਨ ਲਈ ਰਾਜੀ ਨਹੀਂ ਸੀ। ਇਸ ਲਈ ਮੈਂ ਇੱਥੇ ਤੁਹਾਡੇ ਸਾਹਮਣੇ ਮੌਜੂਦ ਹਾਂ। ਪਰ ਤੁਸੀਂ ਕੀ ਅਜੀਬੋ-ਗਰੀਬ ਗੱਲਾਂ ਕਰ ਰਹੇ ਹੋ? ਮੈਂ ਉਸ ਨੂੰ ਕਿਹਾ ਕਿ ਇਹ ਸੱਚ ਹੈ, ਪਰ ਇਸ ਵਾਰ ਮੈਂ ਬਹੁਤ ਹੀ ਇਹਤਿਆਤ ਨਾਲ ਕੰਮ ਲਵਾਂਗਾ। ਮੈਂ ਸੋਫੇ 'ਤੇ ਸੋ ਜਾਂਦਾ ਅਤੇ ਤੁਸੀਂ ਆਪਣੇ ਬੈੱਡ 'ਤੇ ਆਰਾਮ ਨਾਲ ਸੋ ਜਾਓ। 3-4 ਦਿਨ ਇੱਕ ਦੂਜੇ ਨਾਲ ਗੱਲ ਵੀ ਨਹੀਂ ਕਰਾਂਗੇ। ਜਦੋਂ ਗੱਲ ਹੀ ਨਹੀਂ ਹੋਵੇਗੀ ਤਾਂ ਤੁਹਾਨੂੰ ਦੇਖਾਂਗਾ ਹੀ ਨਹੀਂ ਅਤੇ ਤੁਹਾਡੇ ਨੇੜੇ ਵੀ ਨਹੀਂ ਆਵਾਂਗਾ। ਫਿਰ ਮਸਲਾ ਕਿਵੇਂ ਬਣੇਗਾ? ਬਸ ਮੈਨੂੰ ਛੱਡ ਕੇ ਨਾ ਜਾਣਾ। ਹੁਣ ਮੇਰੇ ਵਿੱਚ ਇੰਨੀ ਹਿੰਮਤ ਨਹੀਂ ਕਿ ਮੈਂ ਬਾਰ-ਬਾਰ ਕਿਸੇ ਦਾ ਚਿਹਰਾ ਦੇਖਾਂ। ਤੁਸੀਂ ਮੈਨੂੰ ਚੰਗੇ ਲੱਗੇ ਹੋ, ਤੁਸੀਂ ਸਮਝਦਾਰ ਲੱਗਦੇ ਹੋ, ਬਸ ਤੁਸੀਂ ਹੀ ਮੇਰੇ ਨਾਲ ਰਹਿ ਜਾਓ। ਮੇਰੀ ਪਤਨੀ ਨੇ ਕਿਹਾ, ਮੈਂ ਸਮਝਦਾਰ ਹਾਂ ਅਤੇ ਮੇਰੇ ਕੋਲ ਵਾਪਸ ਜਾਣ ਦਾ ਕੋਈ ਰਸਤਾ ਵੀ ਨਹੀਂ ਹੈ। ਮੈਂ ਪੂਰੀ ਕੋਸ਼ਿਸ਼ ਕਰਾਂਗੀ ਕਿ ਮੈਂ ਇਸ ਰਿਸ਼ਤੇ ਨੂੰ ਨਿਭਾ ਸਕਾਂ। ਅਜਿਹਾ ਨਹੀਂ ਹੋਵੇਗਾ ਕਿ ਛੋਟੀ ਜਿਹੀ ਗੱਲ ਕਰਕੇ ਮੈਂ ਤੁਹਾਨੂੰ ਛੱਡ ਕੇ ਚਲੀ ਜਾਵਾਂ। ਉਸਨੇ ਮੈਨੂੰ ਕਿਹਾ ਕਿ ਉੱਪਰ ਵਾਲੇ ਦਾ ਨਾਂ ਲੈ ਕੇ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕਰਦੇ ਹਾਂ। ਕੁਝ ਨਹੀਂ ਹੋਵੇਗਾ, ਸਭ ਚੰਗਾ ਹੋਵੇਗਾ। ਜੇਕਰ ਅਸੀਂ ਇੱਕ ਦੂਜੇ ਦੀ ਕਿਸਮਤ ਵਿੱਚ ਲਿਖੇ ਹਾਂ ਤਾਂ ਫਿਰ ਕੁਝ ਗਲਤ ਨਹੀਂ ਹੋਵੇਗਾ। ਮੈਂ ਇਹ ਸਭ ਤੱਕ ਕੀਤਾ, ਪਰ ਫਿਰ ਵੀ ਆਪਣੀ ਪਤਨੀ ਨੂੰ ਕਿਹਾ ਕਿ ਮੈਂ ਸੋਫੇ 'ਤੇ ਜਾ ਕੇ ਹੀ ਸੋਵਾਂਗਾ, ਕਿਉਂਕਿ ਮੈਨੂੰ ਪਹਿਲਾਂ ਹੀ 3 ਪਤਨੀਆਂ ਛੱਡ ਕੇ ਜਾ ਚੁੱਕੀਆਂ ਹਨ। ਪਹਿਲਾਂ ਮੈਨੂੰ ਲੋਕਾਂ ਨੇ ਕਿਹਾ ਕਿ ਉਹ ਤਿੰਨੋਂ ਗਲਤ ਸਨ, ਉਹਨਾਂ ਦਾ ਕੋਈ ਚੱਕਰ ਹੋਵੇਗਾ, ਉਹ ਤੈਨੂੰ ਪਸੰਦ ਨਹੀਂ ਕਰਦੀਆਂ ਹੋਣਗੀਆਂ, ਉਹਨਾਂ ਨੇ ਤੇਰੀ ਦੌਲਤ ਵੇਖ ਕੇ ਵਿਆਹ ਕਰਵਾਇਆ ਹੋਵੇਗਾ। ਇਸ ਤਰ੍ਹਾਂ ਦੀਆਂ ਗੱਲਾਂ ਮੈਨੂੰ ਦੱਸੀਆਂ ਗਈਆਂ। ਪਰ ਜਦੋਂ ਤੀਜੀ ਪਤਨੀ ਗਈ
ਤਾਂ ਉਸ ਤੋਂ ਬਾਅਦ ਮੈਨੂੰ ਅਜਿਹਾ ਲੱਗਿਆ ਕਿ ਗਲਤੀ ਮੇਰੀ ਹੀ ਹੈ, ਕਿਉਂਕਿ 3 ਦਿਨਾਂ ਬਾਅਦ ਪਤਨੀ ਚੀਕਾਂ ਮਾਰਦੀ ਹੋਈ ਮੇਰੇ ਕਮਰੇ ਤੋਂ ਬਾਹਰ ਨਿਕਲ ਜਾਂਦੀ ਹੈ ਅਤੇ ਉਸ ਤੋਂ ਬਾਅਦ ਮੈਨੂੰ ਨਜ਼ਰ ਨਹੀਂ ਆਉਂਦੀ। ਮੇਰੀ ਪਤਨੀ ਥੋੜ੍ਹੀ ਜਿਹੀ ਡਰੀ ਹੋਈ ਲੱਗ ਰਹੀ ਸੀ, ਪਰ ਉਸ ਤੋਂ ਬਾਅਦ ਮੈਂ ਖੁਦ ਡਰਿਆ ਹੋਇਆ ਸੀ। ਮੈਨੂੰ ਤਾਂ ਵਿਆਹ ਦੇ ਨਾਂ ਤੋਂ ਹੀ ਡਰ ਲੱਗਣ ਲੱਗਾ ਸੀ। ਮੈਂ ਜਾ ਕੇ ਸੋਫੇ 'ਤੇ ਸੋ ਗਿਆ। 3 ਦਿਨ ਤੱਕ ਆਪਣੀ ਪਤਨੀ ਦੇ ਨਾਲ ਇਸ ਤਰ੍ਹਾਂ ਪੇਸ਼ ਆਇਆ ਜਿਵੇਂ ਮੈਂ ਉਸ ਨੂੰ ਜਾਣਦਾ ਹੀ ਨਹੀਂ। ਹਾਂ, ਬਾਰ-ਬਾਰ ਉਹ ਮੈਨੂੰ ਬੁਲਾਉਂਦੀ, ਉਸਨੂੰ ਕੋਈ ਕੰਮ ਹੁੰਦਾ ਤਾਂ ਉਹ ਮੈਨੂੰ ਹੀ ਪੁੱਛਦੀ। ਉਸ ਬੇਚਾਰੀ ਨੂੰ ਕੀ ਪਤਾ ਸੀ ਕਿ ਘਰ ਵਿੱਚ ਕਿਹੜੀ ਚੀਜ਼ ਕਿੱਥੇ ਪਈ ਹੈ, ਪਰ ਮੈਂ ਉਸਨੂੰ ਕਿਹਾ ਕਿ ਤੂੰ ਮੇਰੇ ਨਾਲ ਗੱਲ ਵੀ ਨਾ ਕਰ, ਮੇਰੇ ਤੋਂ ਦੂਰੀ ਬਣਾ ਕੇ ਰੱਖ, ਬਸ 3 ਦਿਨ ਲੰਘ ਜਾਣ ਦੇ। ਮੇਰੀ ਪਤਨੀ ਵੀ ਥੋੜ੍ਹੀ ਮੇਰੇ ਤੋਂ ਤੰਗ ਆ ਗਈ, ਪਰ ਖੈਰ ਇਹ 3 ਦਿਨ ਵੀ ਗੁਜ਼ਰ ਗਏ। ਪਰ ਤੀਸਰੇ ਦਿਨ ਦੀ ਰਾਤ ਵੀ ਕੁਝ ਅਜਿਹਾ ਹੋਇਆ ਕਿ ਮੈਂ ਹੈਰਾਨ ਰਹਿ ਗਿਆ। ਮੈਂ ਸੋ ਰਿਹਾ ਸੀ ਕਿ ਕਿਸੇ ਨੇ ਮੇਰੇ ਮੋਢੇ 'ਤੇ ਆਪਣਾ ਹੱਥ ਰੱਖਿਆ। ਮੈਂ ਹੜਬੜਾ ਕੇ ਉੱਠਾ, ਬੈਠਿਆ ਅਤੇ ਸਾਹਮਣੇ ਦਾ ਮੰਜ਼ਰ ਦੇਖ ਕੇ ਕੁੱਦ ਪਿਆ। ਉਹ ਮੇਰੀ ਪਤਨੀ ਸੀ। ਮੈਂ ਕਿਹਾ ਕਿ ਕੀ ਹੋ ਗਿਆ, ਛੱਡ ਕੇ ਜਾ ਰਹੀ ਹੈ ਮੈਨੂੰ? ਜਾਣ ਤੋਂ ਪਹਿਲਾਂ ਜਗਾ ਰਹੀ ਹੈ? ਕੀ ਤੂੰ ਮੈਨੂੰ ਛੱਡ ਕੇ ਚਲੀ ਜਾਵੇਂਗੀ? ਕੀ ਗਲਤੀ ਹੋ ਗਈ ਮੇਰੇ ਤੋਂ ਇਸ ਵਾਰ? ਮੈਂ ਤਾਂ ਕੁਝ ਕੀਤਾ ਵੀ ਨਹੀਂ। ਮੈਂ ਆਪਣੀ ਪਤਨੀ ਨੂੰ ਗੌਰ ਨਾਲ ਦੇਖਿਆ ਤਾਂ ਉਸਦੇ ਮੱਥੇ 'ਤੇ ਇੱਕ ਜ਼ਖਮ ਸੀ। ਮੈਂ ਕਿਹਾ ਕੀ ਹੋਇਆ ਤੇਰੇ ਨਾਲ? ਇਹ ਮੈਂ ਕੀਤਾ ਹੈ, ਇਹ ਸਭ ਤੂੰ ਤਾਂ ਮੈਨੂੰ ਛੱਡ ਕੇ ਜਾ ਰਹੀ ਹੈ। ਮੈਂ ਇੱਕ ਸਾਹ ਵਿੱਚ ਸਭ ਕੁਝ ਬੋਲ ਦਿੱਤਾ। ਜਦ ਮੇਰੀ ਪਤਨੀ ਨੇ ਮੇਰਾ ਹੱਥ ਫੜਿਆ ਅਤੇ ਕਿਹਾ ਕਿ ਪਹਿਲੀ ਗੱਲ, ਮੈਂ ਤੁਹਾਨੂੰ ਛੱਡ ਕੇ ਨਹੀਂ ਜਾ ਰਹੀ ਹਾਂ, ਅਤੇ ਦੂਜੀ ਗੱਲ, ਮੈਨੂੰ ਪਤਾ ਚੱਲ ਗਿਆ ਹੈ ਕਿ ਤੁਹਾਡੇ ਨਾਲ ਕੀ ਮਸਲਾ ਹੈ ਅਤੇ ਤੁਹਾਡੀਆਂ ਪਤਨੀਆਂ ਤੁਹਾਡੇ ਕਾਰਨ ਹੀ ਤੁਹਾਨੂੰ ਛੱਡ ਕੇ ਗਈਆਂ ਹਨ। ਪਰ ਮੈਂ ਨਹੀਂ ਜਾਵਾਂਗੀ, ਤੁਸੀਂ ਮੇਰੇ ਨਾਲ ਆਓ, ਮੈਂ ਤੁਹਾਨੂੰ ਕੁਝ ਦਿਖਾਉਣਾ ਚਾਹੁੰਦੀ ਹਾਂ। ਉਸਨੇ ਮੈਨੂੰ ਆਪਣੇ ਕੋਲ ਬਿਠਾਇਆ ਅਤੇ ਮੋਬਾਈਲ ਦੀ ਸਕਰੀਨ ਮੇਰੇ ਵੱਲ ਕੀਤੀ। ਉਸ ਵਿੱਚ ਸ਼ਾਇਦ ਕੋਈ ਵੀਡੀਓ ਬਣਾਈ ਹੋਈ ਸੀ ਜੋ ਮੈਨੂੰ ਦਿਖਾਉਣਾ ਚਾਹੁੰਦੀ ਸੀ। ਵੀਡੀਓ ਦੇਖ ਕੇ ਮੇਰੇ ਪੈਰਾਂ ਥੱਲੇ ਜ਼ਮੀਨ ਖਿਸਕ ਗਈ ਅਤੇ ਮੱਥੇ 'ਤੇ ਪਸੀਨਾ ਆ ਗਿਆ। ਅਸਲ ਵਿੱਚ ਵੀਡੀਓ ਵਿੱਚ ਇਹ ਨਜ਼ਰ ਆ ਰਿਹਾ ਸੀ ਕਿ ਅਚਾਨਕ ਮੈਨੂੰ ਕੋਈ ਦੌਰਾ ਪਿਆ। ਮੈਂ ਪਾਗਲਾਂ ਦੀ ਤਰ੍ਹਾਂ ਚੀਜ਼ਾਂ ਚੁੱਕ ਕੇ ਮਾਰ ਰਿਹਾ ਸੀ ਅਤੇ ਫਿਰ ਆਪਣੀ ਪਤਨੀ ਦਾ ਪਿੱਛਾ ਕਰਨ ਲੱਗਿਆ। ਫਿਰ ਸ਼ਾਇਦ ਮੇਰੀ ਪਤਨੀ ਜ਼ਮੀਨ 'ਤੇ ਗਿਰ ਗਈ ਅਤੇ ਭੱਜਦੀ ਹੋਈ ਕਮਰੇ ਤੋਂ ਨਿਕਲ ਗਈ। ਫਿਰ ਅਸੀਂ ਦੋਨੋਂ ਹੀ ਵੀਡੀਓ ਤੋਂ ਗਾਇਬ ਹੋ ਗਏ। ਪਰ ਫਿਰ ਉਹ ਵਾਪਸ ਆਪਣੇ ਕਮਰੇ ਵਿੱਚ ਵਾਪਸ ਆਈ ਅਤੇ ਮੈਂ ਜਦ ਆਪਣੇ ਆਪ ਨੂੰ ਦੇਖਿਆ ਤਾਂ ਹੈਰਾਨ ਰਹਿ ਗਿਆ ਕਿ ਮੈਂ ਕਿਸ ਤਰ੍ਹਾਂ ਅਜੀਬ ਤਰੀਕੇ ਨਾਲ ਪੇਸ਼ ਆ ਰਿਹਾ ਸੀ। ਉਸ ਤੋਂ ਬਾਅਦ ਵੀਡੀਓ ਬੰਦ ਹੋ ਗਈ। ਮੈਂ ਆਪਣੀ ਪਤਨੀ ਨੂੰ ਦੇਖਿਆ ਅਤੇ ਕਿਹਾ ਕਿ ਇਹ ਸਭ ਮੈਂ ਕੀਤਾ ਹੈ। ਤਾਂ ਉਸਨੇ ਕਿਹਾ ਕਿ ਤੁਹਾਨੂੰ ਇੱਕ ਬਿਮਾਰੀ ਹੈ ਜਿਸ ਦੇ ਵਿੱਚ ਤੁਹਾਨੂੰ ਦੌਰੇ ਪੈਂਦੇ ਹਨ। ਮੈਂ ਉਸ ਬਿਮਾਰੀ ਦੇ ਬਾਰੇ ਵਿੱਚ ਜ਼ਿਆਦਾ ਤਾਂ ਨਹੀਂ ਪੜ੍ਹਿਆ, ਪਰ ਕਾਲਜ ਵਿੱਚ ਥੋੜ੍ਹਾ ਬਹੁਤ ਪੜ੍ਹਿਆ ਸੀ, ਇਸ ਲਈ ਮੈਨੂੰ ਅੰਦਾਜ਼ਾ ਹੋ ਗਿਆ ਹੈ। ਮੈਂ ਕਿਹਾ ਕਿ ਇਹ ਜ਼ਖਮ ਤਾਂ ਤੈਨੂੰ ਮੇਰੇ ਕਰਕੇ ਹੀ ਲੱਗਿਆ ਹੈ ਨਾ, ਇਸ ਦਾ ਮਤਲਬ ਮੈਂ ਪਾਗਲ ਹਾਂ। ਮੇਰੀ ਪਤਨੀ ਨੇ ਕਿਹਾ ਕਿ ਨਹੀਂ, ਤੁਸੀਂ ਪਾਗਲ ਨਹੀਂ ਹੋ, ਤੁਹਾਡਾ ਇਲਾਜ ਹੋ ਸਕਦਾ ਹੈ। ਤੁਸੀਂ ਡਾਕਟਰ ਕੋਲ ਜਾਵਾਂਗੇ ਅਤੇ ਮੈਂ ਤੁਹਾਨੂੰ ਛੱਡ ਕੇ ਨਹੀਂ ਜਾਵਾਂਗੀ। ਅਸੀਂ ਡਾਕਟਰ ਕੋਲ ਗਏ। ਡਾਕਟਰ ਨੇ ਵੀ ਕੁਝ ਅਜਿਹਾ ਹੀ ਦੱਸਿਆ। ਉਸਨੇ ਕਿਹਾ ਕਿ ਇਹ ਬਿਮਾਰੀ ਹੈ, ਕਿਸੇ ਨੂੰ ਵੀ ਹੋ ਸਕਦੀ ਹੈ। ਇਹ ਬਿਮਾਰੀ ਜ਼ਿਆਦਾਤਰ ਔਰਤਾਂ ਨੂੰ ਹੁੰਦੀ ਹੈ, ਜਿਸ ਦਾ ਨਾਮ ਹਿਸਟੀਰੀਆ ਹੈ, ਪਰ ਇਹ ਮਰਦਾਂ ਨੂੰ ਵੀ ਹੋ ਜਾਂਦੀ ਹੈ, ਤੁਹਾਨੂੰ ਵੀ ਹੈ, ਅਤੇ ਇਸ ਦੀ ਕੋਈ ਵਜ੍ਹਾ ਨਹੀਂ ਹੁੰਦੀ। ਆਪਣੇ ਦਿਮਾਗ ਵਿੱਚ ਚੰਗੀਆਂ ਗੱਲਾਂ ਸੋਚੋ। ਅਸੀਂ ਤੁਹਾਨੂੰ ਦਵਾਈ ਦੇਵਾਂਗੇ, ਆਪਣੀ ਪਤਨੀ ਦੇ ਨਾਲ ਰਹੋ, ਤੁਹਾਨੂੰ ਪਿਆਰ ਦੀ ਜ਼ਰੂਰਤ ਹੈ ਅਤੇ ਤੁਸੀਂ ਬਿਲਕੁਲ ਠੀਕ ਹੋ ਜਾਓਗੇ। ਅਤੇ ਅਜਿਹਾ ਹੀ ਹੋਇਆ। ਮੇਰੀ ਪਤਨੀ ਨੇ ਮੇਰਾ ਖਿਆਲ ਰੱਖਿਆ। ਅਕਸਰ ਉਸ ਨੂੰ ਜ਼ਖਮ ਲੱਗੇ ਹੋਏ ਹੁੰਦੇ ਕਿਉਂਕਿ ਮੈਨੂੰ ਦੌਰੇ ਪੈਂਦੇ ਸੀ ਅਤੇ ਮੈਂ ਸਵੇਰੇ ਇਹ ਸਭ ਭੁੱਲ ਜਾਂਦਾ ਸੀ, ਪਰ ਫਿਰ ਵੀ ਮੇਰੀ ਪਤਨੀ ਨੇ ਮੇਰਾ ਸਾਥ ਨਿਭਾਇਆ। ਉਸ ਦੇ ਪਿਆਰ, ਮੁਹੱਬਤ ਅਤੇ ਸੇਵਾ ਨੇ ਮੈਨੂੰ ਬਿਲਕੁਲ ਠੀਕ ਕਰ ਦਿੱਤਾ। ਕਾਫੀ ਸਮਾਂ ਗੁਜ਼ਰ ਗਿਆ, ਮੈਨੂੰ ਕੋਈ ਦੌਰਾ ਨਹੀਂ ਪਿਆ। ਉਸ ਤੋਂ ਬਾਅਦ ਅਸੀਂ ਵੀ ਨੋਰਮਲ ਲੋਕਾਂ ਦੀ ਤਰ੍ਹਾਂ ਰਹਿਣਾ ਸ਼ੁਰੂ ਕਰ ਦਿੱਤਾ। ਅਸਲ ਵਿੱਚ ਮੈਨੂੰ ਇੰਨੇ ਖਤਰਨਾਕ ਦੌਰੇ ਪੈਂਦੇ ਸਨ ਕਿ ਮੇਰੀ ਆਵਾਜ਼ ਵੀ ਬਦਲ ਜਾਂਦੀ ਸੀ ਅਤੇ ਮੈਂ ਬਿਲਕੁਲ ਪਾਗਲ ਹੋ ਜਾਂਦਾ ਸੀ ਅਤੇ ਸਾਹਮਣੇ ਵਾਲੇ 'ਤੇ ਹਮਲਾ ਕਰ ਦਿੰਦਾ ਸੀ। ਪਰ ਮੇਰੀ ਇਹ ਪਤਨੀ ਸਮਝਦਾਰ ਸੀ, ਜਿਸਨੇ ਸਭ ਕੁਝ ਬਰਦਾਸ਼ਤ ਕੀਤਾ। ਇਹ ਸਭ ਆਸਾਨ ਨਹੀਂ ਸੀ। ਉਹ ਮੇਰੇ ਲਈ ਪਰੇਸ਼ਾਨ ਰਹਿੰਦੀ ਸੀ, ਪਰ ਠੀਕ ਹੋਣ ਤੋਂ ਬਾਅਦ ਮੈਂ ਉਸ ਨੂੰ ਆਪਣੇ ਦਿਲ ਅਤੇ ਆਪਣੇ ਘਰ ਦੀ ਮਲਿਕਾ ਬਣਾ ਕੇ ਰੱਖਿਆ ਅਤੇ ਇੰਨਾ ਖੁਸ਼ੀਆਂ ਦੇਣ ਦਾ ਇਰਾਦਾ ਕੀਤਾ ਕਿ ਉਹ ਸਭ ਕੁਝ ਭੁੱਲ ਜਾਏ, ਕਿਉਂਕਿ ਉਹ ਸੱਚਮੁੱਚ ਖੁਸ਼ੀਆਂ ਦੀ ਹੱਕਦਾਰ ਸੀ। ਧੰਨਵਾਦ।